ਪ੍ਰਭ ਆਸਰਾ ਫਾਊਂਡੇਸ਼ਨ ਤੋਂ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਬੀਬੀ ਰਜਿੰਦਰ ਕੌਰ ਜੀ। ਚੰਡੀਗੜ੍ਹ ਦੇ ਵਿੱਚ ਦਸੰਬਰ 2003 ਦੇ ਵਿੱਚ ਇਸ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਗਈ। ਸਿਰਫ 2 ਕਮਰਿਆਂ ਦੀ ਕਿਰਾਏ ਦੀ ਇੱਕ ਅਕੋਮੋਡੇਸ਼ਨ ਚੋਂ ਸ਼ੁਰੂ ਕੀਤਾ ਗਿਆ ਇੱਕ ਜਜ਼ਬਾ ਸੀ, ਇੱਕ ਵਿਜ਼ਨ ਸੀ ਕਿ ਉਹਨਾਂ ਬੇਸਹਾਰਾ ਲੋਕਾਂ ਦੀ ਮਦਦ ਕੀਤੀ ਜਾ ਸਕੇ ਜਿਨ੍ਹਾਂ ਨੂੰ ਮਦਦ ਪ੍ਰਦਾਨ ਕਰਨ ਵਾਲਾ ਕੋਈ ਹੈ ਨਹੀਂ। ਅਤੇ ਉਸ ਤੋਂ ਬਾਅਦ ਇਹ ਸਫ਼ਰ ਅੱਗੇ ਇਸ ਹਿਸਾਬ ਨਾਲ ਅੱਗੇ ਵੱਧਦਾ ਗਿਆ। ਇਹਨੇ ਇੱਕ ਕਾਫਲੇ ਦਾ ਰੂਪ ਧਾਰ ਲਿਆ ਅਤੇ ਇਹਨਾਂ ਦੇ ਨਾਲ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਅਜਿਹੇ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਨੇ ਜਿਨ੍ਹਾਂ ਨੂੰ ਇਹ ਰੀਹੈਬਲੀਟੇਟ ਕਰ ਚੁੱਕੇ ਨੇ, ਜਿਨ੍ਹਾਂ ਦੀ ਹੁਣ ਵੀ ਮਦਦ ਹੋ ਰਹੀ ਹੈ। ਅਤੇ ਵੱਖੋ ਵੱਖਰੀ ਏਜ ਗਰੁੱਪਸ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਨੂੰ ਕਿ ਪ੍ਰਭ ਆਸਰਾ ਫਾਊਂਡੇਸ਼ਨ ਵੱਲੋਂ ਸੇਵਾ ਅਤੇ ਸਮਰਥਨ ਅਤੇ ਸਹਿਯੋਗ ਪ੍ਰਦਾਨ ਕੀਤਾ ਜਾਂਦਾ। ਉਸ ਦੇ ਪੂਰੇ ਵੇਰਵੇ ਕੀ ਨੇ ਉਹ ਗੱਲਬਾਤ ਸਾਡੇ ਨਾਲ ਸਾਂਝੀ ਕਰਨ ਲਈ ਇਸ ਵੇਲੇ ਬੀਬੀ ਰਜਿੰਦਰ ਕੌਰ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ, ਸਟੂਡੀਓ ਦੇ ਵਿੱਚ ਨੇ ਸਾਡੇ ਨਾਲ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦਸੰਬਰ 2003 ਦੇ ਵਿੱਚ ਚੰਡੀਗੜ੍ਹ 'ਚ ਸ਼ੁਰੂਆਤ ਕੀਤੀ ਗਈ 2 ਕਮਰੇ ਕਿਰਾਏ 'ਤੇ ਲੈ ਕੇ ਤਾਂ ਕਿ ਹੈ ਨਾ ਜੀ ਇਹ ਤਾਂ ਕਿ ਯੂਨੀਵਰਸਲ ਡਿਸੇਬਲਡ ਕੇਅਰ ਟੇਕਰ ਸੋਸ਼ਲ ਵੈਲਫੇਅਰ ਸੁਸਾਇਟੀ ਜਿਹਨੂੰ ਕਿ ਪ੍ਰਭ ਆਸਰਾ ਦਾ ਨਾਮ ਦਿੱਤਾ ਜੀ, ਪ੍ਰਭ ਆਸਰਾ ਦਾ ਨਾਮ ਦਿੱਤਾ ਗਿਆ। ਇਹ ਆਈਡੀਆ ਕਿੱਥੋਂ ਆਇਆ ਜੀ? ਵਾਈ ਵਾਜ਼ ਦਿਸ ਇੰਪੋਰਟੈਂਟ? ਤੁਸੀਂ ਤੇ ਤੁਹਾਡੇ ਹਸਬੈਂਡ ਸਰਦਾਰ ਸ਼ਮਸ਼ੇਰ ਸਿੰਘ ਜੀ ਨੇ ਇਹਨੂੰ ਕੋ ਫਾਊਂਡ ਕੀਤਾ ਆਰਗੇਨਾਈਜੇਸ਼ਨ ਨੂੰ। ਆਈਡੀਆ ਕਿੱਥੋਂ ਆਇਆ? ਜ਼ਰੂਰਤ ਕਿਉਂ ਮਹਿਸੂਸ ਹੋਈ? ਅਸਲ ਵਿੱਚ ਪਹਿਲਾਂ ਤੋਂ ਸਾਡੇ ਫਾਰਮਾਸਿਊਟੀਕਲ ਬਿਜ਼ਨਸ ਸੀਗੇ 2 ਆਪੋਜ਼ਿਟ ਡਿਸਟ੍ਰਿਕਟ ਹੌਸਪੀਟਲ ਫਤਿਹਗੜ੍ਹ ਸਾਹਿਬ ਐਂਡ ਆਪੋਜ਼ਿਟ ਸਿਵਲ ਹੌਸਪੀਟਲ ਖਰੜ। ਐਂਡ ਜਦੋਂ ਵੀ ਸਾਡੇ ਕਾਂਟੈਕਟ 'ਚ ਇੱਦਾਂ ਦੇ ਕੇਸਿਸ ਆਉਂਦੇ ਸੀਗੇ ਅਤੇ ਸਾਨੂੰ ਬੜੀ ਬੇਚੈਨੀ ਹੁੰਦੀ ਸੀਗੀ। ਅਸੀਂ ਆਪਣੇ ਵੱਲੋਂ ਕਈ ਵਾਰੀ ਕੋਸ਼ਿਸ਼ ਕੀਤੀ ਕਿ ਵੀ ਇਹਨਾਂ ਵਾਸਤੇ ਕੋਈ ਇਨਫਰਾਸਟਰਕਚਰ ਲੱਭੀਏ ਜਿੱਥੇ ਕਿ ਇਹਨਾਂ ਨੂੰ ਰੱਖ ਕੇ ਰੀਹੈਬਲੀਟੇਟ ਕੀਤਾ ਜਾ ਸਕੇ ਤਾਂ ਕਿ ਮੁੜ ਤੋਂ ਆਪਣੇ ਵਾਰਸਾਂ ਤੱਕ ਪਹੁੰਚ ਸਕਣ। ਅਤੇ ਈਵਨ ਕਿ ਅਸੀਂ ਕੋਸ਼ਿਸ਼ ਕੀਤੀ ਗੁਰਦੁਆਰਾ ਸਾਹਿਬਾਨਾਂ ਤੋਂ ਵੀ ਥੋੜ੍ਹੀ ਜਿਹੀ ਰਿਕੁਐਸਟ ਕੀਤੀ ਕਿ ਵੀ ਸਾਰਾ ਕੁਛ ਇੱਥੇ ਹੈਗੀ ਆ, ਤੁਹਾਡੇ ਕੋਲ ਫੂਡ ਹੈ, ਸ਼ੈਲਟਰ ਹੈਗਾ ਅਤੇ ਈਵਨ ਬਿਸਤਰੇ ਸਾਰਾ ਕੁਛ ਹੈ ਨਾ, ਰੈਜ਼ੀਡੈਂਸ ਹੈਗਾ, ਵੀ ਸਾਨੂੰ ਥੋੜ੍ਹਾ ਜਿਹਾ ਹੈਲਪ ਕਰੋ ਕਿ ਅਸੀਂ ਤਾਂ ਜਿੰਨਾ ਵੀ ਇਹਨਾਂ ਦੀ ਮੈਡੀਕਲ ਕੇਅਰ ਹੈਗੀ ਆ, ਡਾਕਟਰਸ ਹੈਗੇ ਆ ਜਾਂ ਟਰੀਟਮੈਂਟ ਹੈਗੀ ਆ, ਉਹ ਸਾਰਾ ਅਸੀਂ ਅਵੇਲ ਕਰਾਂਗੇ, ਅਸੀਂ ਹੈਲਪ ਕਰਾਂਗੇ ਅਤੇ ਵੀ ਕਿਸੇ ਤਰ੍ਹਾਂ ਇੱਦਾਂ ਦੇ ਸੱਜਣਾਂ ਦੀ ਆਪਾਂ ਹੈਲਪ ਕਰਕੇ ਇਹਨਾਂ ਨੂੰ ਘਰਾਂ ਤੱਕ ਪਹੁੰਚਾ ਸਕੀਏ। ਬਟ ਸਾਨੂੰ ਕਿਤੋਂ ਵੀ ਹੁੰਗਾਰਾ ਨਹੀਂ ਮਿਲਿਆ, ਹੈਲਪ ਨਹੀਂ ਮਿਲੀ। ਫਿਰ 32 ਦੇ ਡਾਇਰੈਕਟਰ ਨੂੰ ਵੀ ਮਿਲੇ ਵੀ ਹੋਰ ਕਿਸ ਤਰ੍ਹਾਂ ਹੋ ਸਕਦਾ ਹੈਗਾ। ਉਹ ਕਹਿੰਦੇ ਕਿ ਇਹ ਤਾਂ ਬਹੁਤ ਵੱਡੇ ਵੱਡੇ ਇੰਸਟੀਟਿਊਟਸ 'ਤੇ ਕੰਮ ਹੁੰਦੇ ਆ, ਵੀ ਤੁਹਾਡੇ ਵੱਸ ਦੀ ਗੱਲ ਹੈ ਨਹੀਂ ਗੀ, ਵੀ ਤੁਸੀਂ ਇਹ ਇੱਦਾਂ ਦੇ ਸੁਪਨੇ ਨਾ ਲਓ। ਬਟ ਇੱਕ ਜਨੂੰਨ ਸੀਗਾ ਵੀ ਨਹੀਂ ਕਿਸੇ ਤਰ੍ਹਾਂ ਸਪੋਰਟ ਕਰਨੀ ਹੈ, ਕਿਉਂਕਿ ਇਹ ਅਸੀਂ ਜਾਨਵਰਾਂ ਵਰਗਾ ਜੀਵਨ ਨਹੀਂ ਸੀ ਜੀਣਾ ਚਾਹੁੰਦੇ ਵੀ ਸਿਰਫ ਆਪਣੀ ਪਰਿਵਾਰ ਲਈ ਹੀ ਅਸੀਂ ਕੁਛ ਕਰੀ ਜਾਈਏ। ਸਾਡਾ ਮੇਨ ਮਕਸਦ ਸੀਗਾ ਕਿ ਲਾਈਫ ਪਰਮਾਤਮਾ ਨੇ ਬਹੁਤ ਕੀਮਤੀ ਦਿੱਤੀ ਹੈ, ਵੀ ਸਾਡਾ ਮਕਸਦ ਹੈਗਾ ਕਿ ਵੀ ਸਭ ਦੀ ਸਪੋਰਟ ਕਰਨੀ। ਸਾਨੂੰ ਗੁਰਬਾਣੀ ਇਹੀ ਸਾਨੂੰ ਕਹਿ ਰਹੀ ਹੈ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਜਦੋਂ ਸਾਡਾ ਇੱਕ ਪਿਤਾ ਇੱਕ ਹੈ ਅਤੇ ਫਿਰ ਇਹ ਸਾਰਾ ਸਾਂਝਾ ਪਰਿਵਾਰ ਹੈ, ਫਿਰ ਅਸੀਂ ਉਹਨਾਂ ਤੋਂ ਅਲੱਗ ਕਿੱਦਾਂ ਹੋ ਗਏ? ਅਤੇ ਜੇਤੇ ਜੀ ਤੇਤੇ ਸਭ ਤੇਰੇ, ਹੁਣ ਸਾਰੇ ਤਾਂ ਤੇਰੇ ਜੀ ਹੈ ਅਤੇ ਉਹਦੇ ਵਿੱਚੋਂ ਜੇ ਅਸੀਂ ਉਹ ਦੇਖਿਆ ਹੀ ਨਹੀਂ, ਉਹ ਹਿਊਮੈਨਿਟੀ ਸਾਡੇ ਅੰਦਰ ਜਾਗੀ ਹੀ ਨਾ, ਫਿਰ ਤਾਂ ਜਾਨਵਰ ਤੋਂ ਉੱਪਰ ਨਹੀਂ ਹੈਗੇ। ਉਹ ਬੇਚੈਨੀ ਹੁੰਦੀ ਸੀਗੀ ਵੀ ਅਸੀਂ ਨਾ ਤਾਂ ਪ੍ਰੋਪਰ ਅਸੀਂ ਟਾਈਮ ਦਾ ਦਸਵੰਧ ਜੋ ਸਾਨੂੰ ਸਾਡੇ ਮਾਤਾ ਪਿਤਾ ਨੇ ਬਚਪਨ ਤੋਂ ਸਿਖਾਇਆ ਸੀ ਕਿ ਸਿਰਫ ਪੈਸੇ ਦਾ ਦਸਵੰਧ ਨਹੀਂ, ਤੁਸੀਂ ਸਮੇਂ ਦਾ ਵੀ ਦਸਵੰਧ ਕੱਢੋ ਕਿਸੇ ਲੋੜਵੰਦ ਲਈ। ਅਤੇ ਉਹਦੇ ਵਿੱਚ ਸਾਨੂੰ ਫੀਲ ਹੋ ਰਿਹਾ ਸੀ ਕਿ ਅਸੀਂ ਸਮੇਂ ਦਾ ਦਸਵੰਧ ਨਹੀਂ ਕੱਢ ਪਾ ਰਹੇ। ਉਹਨਾਂ ਹੀ ਕੋਸ਼ਿਸ਼ਾਂ 'ਚ ਇਹ ਘਰ ਹੋਂਦ ਵਿੱਚ ਆ ਗਿਆ, ਮਤਲਬ ਕਿਸੇ ਪਲੈਨਿੰਗ ਦੇ ਵਿੱਚ ਨਹੀਂ ਸੀਗਾ। ਬਟ ਜਿਵੇਂ ਕਹਿੰਦੇ ਕਿ ਵੀ ਇੱਦਾਂ ਦੇ ਲੋੜਵੰਦਾਂ ਨੂੰ ਦੇਖ ਕੇ ਇਗਨੋਰ ਨਹੀਂ ਕਰ ਹੋਇਆ ਅਤੇ ਇਹ ਘਰ ਸ਼ੁਰੂਆਤ ਹੋ ਗਈ ਜੀ। ਮਨ ਦੇ ਵਿੱਚੋਂ ਇੱਕ ਜਿਹੜੀ ਇੱਕ ਆਵਾਜ਼ ਜਾਗੀ ਅਤੇ ਉਹਨੂੰ ਸੁਣਦੇ ਹੋਏ ਅੱਗੇ ਉਹ ਵਿਜ਼ਨ ਅੱਗੇ ਤਬਦੀਲ ਹੁੰਦਾ ਗਿਆ। ਬਿਲਕੁਲ, ਕਿਉਂਕਿ ਜਦੋਂ ਵੀ ਕੋਈ ਚੰਗਾ ਆਈਡੀਆ ਹੁੰਦਾ ਨਾ, ਤੁਸੀਂ ਜਿਹੜੀ ਇੱਕ ਹੋਰ ਗੱਲ ਕੀਤੀ, ਆਈ ਥਿੰਕ ਮਲਟੀਪਲ ਇੰਸਪੀਰੇਸ਼ਨਲ ਪੁਆਇੰਟਸ ਨੇ ਇਸ ਗੱਲਬਾਤ ਦੇ ਵਿੱਚ ਕਿ ਜਦੋਂ ਵੀ ਕੋਈ ਚੰਗਾ ਆਈਡੀਆ ਹੁੰਦਾ ਤੁਸੀਂ ਕਿਸੇ ਨਾਲ ਸਾਂਝਾ ਕਰਦੇ ਹੋ ਤਾਂ ਉਹਨੂੰ ਪੁਸ਼ਬੈਕ ਬੜਾ ਮਿਲਦਾ। ਜਿਵੇਂ ਤੁਹਾਨੂੰ ਵੀ ਕਿਹਾ ਗਿਆ ਉਦੋਂ ਕਿ ਨਹੀਂ ਤੁਹਾਡੇ ਵੱਸ ਦੀ ਗੱਲ ਨਹੀਂ ਹੈ ਅਤੇ ਬਹੁਤ ਵੱਡੇ ਸੰਸਥਾਵਾਂ ਨੇ ਉਹਨਾਂ ਵੱਲੋਂ ਕੀਤਾ ਜਾਣਾ। ਪਰ ਫਿਰ ਜਦੋਂ ਸਿਰੜ ਹੋਵੇ ਅਤੇ ਨਾਲ ਦੀ ਨਾਲ ਤੁਹਾਡੇ ਕੋਲ ਇੱਕ ਵਿਜ਼ਨ ਹੋਵੇ, ਜਜ਼ਬਾ ਹੋਵੇ ਕੰਮ ਕਰਨ ਦਾ, ਤਾਂ ਫਿਰ ਤੁਸੀਂ ਕੋਈ ਵੀ ਜਿਹੜਾ ਉਹ ਫਿਰ ਜਿਹੜੇ ਲੋਕੀ ਪਹਿਲਾਂ ਮਿਸਾਲ ਦਿੰਦੇ ਨੇ ਕਿ ਜੀ ਤੁਹਾਡੇ ਤੋਂ ਨਹੀਂ ਕਰ ਹੋਣਾ, ਇੱਦਾਂ ਦੇ ਸੰਸਥਾਵਾਂ ਵੱਲੋਂ ਕੰਮ ਕੀਤਾ ਜਾਂਦਾ, ਫਿਰ ਉਹੀ ਤੁਹਾਡੀ ਮਿਸਾਲ ਦੇਣ ਲੱਗ ਜਾਂਦੇ ਨੇ। ਬਕਾਇਦਾ ਹੋਇਆ ਜੀ, ਕਿਉਂਕਿ ਭਗਤ ਪੂਰਨ ਸਿੰਘ ਜੀ ਨੇ ਇੱਕ ਦਰਖਤ ਦੇ ਨੀਚੇ ਸ਼ੁਰੂ ਕੀਤਾ ਸੀ। ਇਹੀ ਸਾਡਾ ਆਪਸ 'ਚ ਡਿਸਕਸ਼ਨ ਹੋਇਆ ਕਿ ਵੀ ਜੇ ਭਗਤ ਜੀ ਇੱਕ ਦਰਖਤ ਦੇ ਨੀਚੇ ਕਰ ਸਕਦੇ, ਸਾਡੇ ਤਾਂ ਵੈਲ ਫਰਨਿਸ਼ਡ ਬਿਜ਼ਨਸ ਹੈਗੇ ਆ, ਆਪਾਂ ਇਨਵੈਸਟ ਕਰ ਸਕਦੇ ਹਾਂ, ਆਪਾਂ ਕਿਰਾਏ 'ਤੇ ਲੈ ਸਕਦੇ ਹਾਂ, ਆਪਾਂ ਕੁਛ ਕੋਠੀ ਵੀ ਖਰੀਦ ਵੀ ਸਕਦੇ ਹਾਂ ਹੌਲੀ ਐਂਡ ਸਟੈਡਲੀ, ਅਤੇ ਵੀ ਕਰਨਾ ਚਾਹੀਦਾ। ਅਤੇ ਜਿਹੜੇ ਡਾਇਰੈਕਟਰ ਨੇ GMRC 32
ਦੇ ਡਾਇਰੈਕਟਰ ਨੇ ਇਹ ਗੱਲ ਕਹੀ ਸੀ, ਉਹ ਸਾਡੇ ਕੋਲ ਵਿਜ਼ਿਟ ਕਰਦੇ ਰਹੇ ਤੇ ਇੱਦਾਂ ਵੀ ਉਹਨਾਂ ਨੇ ਕਿਹਾ ਕਿ ਵੀ ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਸਾਰਾ ਸਮਾਂ ਮੈਂ ਇੱਥੇ ਹੀ ਡਿਵੋਟ ਕਰਨਾ ਜੀ ਵੀ ਹੀ ਵਾਸ ਫੀਲਿੰਗ ਲਾਈਕ ਦੈਟ ਵੀ ਇਟ ਵਾਸ ਵੀ ਐਸਟੋਨਿਸ਼ਿੰਗ ਹੈ ਵੀ ਤੁਸੀਂ ਇਹ ਕਰ ਕਿੱਦਾਂ ਲਿਆ। ਕਹਿੰਦੇ ਵੀ ਅਸੀਂ ਸੋਚ ਵੀ ਨਹੀਂ ਸਕਦੇ ਐਂਡ ਨਾਓ ਹੀ ਇਜ਼ no more because of some cancerous problems but he was saying ਕਿ ਵੀ ਸੱਚੀ ਇਹ ਉਹ ਜਿੱਥੇ ਵੀ ਜਾਂਦੇ ਸੀ ਉਹ ਇਹ ਗੱਲ ਕਹਿੰਦੇ ਸੀਗੇ ਕਿ ਵੀ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਕਿ ਆਪਾਂ ਨੂੰ ਇੱਕ ਵਾਰੀ ਇਨੀਸ਼ੀਏਟਿਵ ਲੈਣ ਦੀ ਲੋੜ ਹੈ, ਫਿਰ ਸੰਗਤ ਦਾ ਸਹਿਯੋਗ ਤੇ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਅੱਗੇ ਵੱਧ ਸਕਦੇ ਆ। ਜਦੋਂ ਤੁਹਾਡੇ ਰਾਹ ਨੂੰ ਰੋਕਣ ਵਾਲੇ ਤੁਹਾਨੂੰ ਹੁਲਾਰਾ ਦੇਣ ਵਾਲੇ ਬਣ ਜਾਣ, ਇਹ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਜੀ। ਇਹ ਦੱਸਿਓ ਜੀ ਬੀਬੀ ਜੀ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਤੁਹਾਡੇ ਕੋਲ ਲੋਕ ਪਹੁੰਚਦੇ ਨੇ ਮਦਦ ਲੈਣ ਦੇ ਵਾਸਤੇ, ਜਦੋਂ 2003 ਦੇ ਵਿੱਚ ਸ਼ੁਰੂਆਤ ਕੀਤੀ, ਉਹ ਤੋਂ ਮਗਰੋਂ ਫਿਰ ਅੱਗੇ ਫਰਦਰ ਕਿਹੜੀਆਂ ਸਟੇਜਿਸ ਦੇ ਵਿੱਚ ਡਿਵੈਲਪ ਹੁੰਦਾ ਰਿਹਾ ਇਹ ਸਾਰਾ ਦਾ ਸਾਰਾ ਇਨੀਸ਼ੀਏਟਿਵ, ਕਿਉਂਕਿ ਹੁਣ ਜਿਹੜੇ ਵੱਖੋ ਵੱਖਰੇ ਕੈਂਪਸਿਸ ਨੇ ਫਿਰ ਉਹ ਕਿੱਦਾਂ ਡਿਵੈਲਪ ਹੋਏ? ਹਾਂਜੀ, ਪਹਿਲਾਂ ਹਜੇ ਅਸੀਂ ਰੈਜ਼ੀਡੈਂਸ ਪ੍ਰੋਵਾਈਡ ਕਰਨ 'ਚ ਥੋੜ੍ਹਾ ਫੀਲ ਹੋ ਰਿਹਾ ਸੀ ਕਿ ਸਾਡੀਆਂ ਪ੍ਰੋਬਲਮਸ ਆ ਰਹੀਆਂ ਸਾਨੂੰ। ਸੂਨ ਆਫਟਰ ਜਦੋਂ ਅਸੀਂ ਰੈਜ਼ੀਡੈਂਸ ਪ੍ਰੋਵਾਈਡ ਕੀਤਾ ਤਾਂ ਉੱਥੇ ਬਿਕੋਜ਼ ਕਿਰਾਏ ਦੀ ਬਿਲਡਿੰਗ 'ਚ ਇਹ ਸਾਡੇ ਕੋਲ ਜ਼ਿਆਦਾਤਰ ਮੈਂਟਲੀ ਅਨਸਟੇਬਲ ਕੇਸਿਸ ਹੈਗੇ ਜਿਹੜੇ ਕਿ ਡੈਸਟੀਟਿਊਟ ਸੜਕਾਂ 'ਤੇ ਰੁਲ ਜਾਂਦੇ ਕਿਸੇ ਕਾਰਨ ਕਰਕੇ, ਰੇਪ ਵਿਕਟਮਸ, ਪ੍ਰੈਗਨੈਂਟ ਲੇਡੀਜ਼ ਹੈ ਨਾ, ਅਤੇ ਕਾਫੀ ਜਿਹੜੇ ਬਾਏ ਬਰਥ ਹੀ ਉਹ ਮੈਂਟਲੀ ਡਿਵੈਲਪ ਨਹੀਂ ਹੋਏ ਸੀਗੇ, ਉਹਨਾਂ ਵਾਸਤੇ ਸਪੈਸ਼ਲ ਐਜੂਕੇਟਰਸ ਰੱਖੇ ਹੋਏ ਸੀਗੇ ਅਸੀਂ। ਉਹ ਤੋੜ ਭੰਨ ਕਰ ਦਿੰਦੇ ਸੀਗੇ, ਕਦੇ ਕੁਛ ਤੋੜ ਦੇਣਾ, ਕਦੇ ਕੁਛ ਤੋੜ ਦੇਣਾ ਐਂਡ ਈਵਨ ਕਿ ਕਾਫੀ ਰਾਤ ਨੂੰ ਡਿਸਟਰਬੈਂਸ ਹੁੰਦੀ ਸੀ, ਨਾਲ ਰੌਲਾ ਰੱਪਾ ਪੈਂਦਾ ਸੀ ਗੁਆਂਢ 'ਚ। ਸੋ ਸਾਨੂੰ ਕਿਰਾਏ ਦੀ ਬਿਲਡਿੰਗ 'ਚ 6 ਮਹੀਨੇ ਬਾਅਦ ਸਾਨੂੰ ਕੱਢਦੇ ਰਹਿੰਦੇ ਸੀ। ਇਟ ਵਾਜ਼ 3 ਬਿਲਡਿੰਗਸ ਅਸੀਂ ਕਿਰਾਏ 'ਤੇ ਲਈਆਂ 6 ਮਹੀਨੇ ਦੀ ਵਿੱਤ ਦੇ ਨਾਲ। ਫਿਰ ਇੱਕ ਸੱਜਣ ਸੀਗੇ ਮੇਰੇ ਫਾਦਰ ਸਾਹਿਬ ਦੋਸਤ, ਉਹਨਾਂ ਨੇ ਕੁਲਦੀਪ ਸਿੰਘ ਜੀ, ਉਹਨਾਂ ਨੇ ਸਾਨੂੰ ਪਡਿਆਲਾ ਕੁਰਾਲੀ ਔਨ ਦ ਰੋਡ ਸਾਨੂੰ ਇੱਕ ਪਲਾਟ ਡੋਨੇਟ ਕੀਤਾ ਸੀ 18 ਕੁ ਵਿਸਵੇ ਦਾ, 12 ਕੁ ਵਿਸਵੇ ਦਾ, ਅਤੇ ਜਿੱਥੇ ਕਿ ਅਸੀਂ ਫਿਰ 2004 ਦੇ ਵਿੱਚ ਅਕਤੂਬਰ ਦੇ ਵਿੱਚ ਜੇ ਅਸੀਂ ਸ਼ਿਫਟ ਕਰ ਗਏ ਸੀਗੇ। ਦੈਨ ਉਸ ਤੋਂ ਬਾਅਦ ਤਾਂ ਪਰਮਾਤਮਾ ਦੀ ਕਿਰਪਾ ਅਤੇ ਸੰਗਤ ਸਹਿਯੋਗ ਨਾਲ ਹੌਲੀ ਬਿਲਡਿੰਗਸ ਵੱਧਦੀਆਂ ਗਈਆਂ। ਫਿਰ ਸਾਨੂੰ ਝੰਜੇੜੀ ਵੀ ਕਿਸੇ ਨੇ ਲੀਜ਼ 'ਤੇ ਦਿੱਤੀ ਜਗ੍ਹਾ, ਅਤੇ ਉਸ ਤੋਂ ਬਾਅਦ ਫਿਰ ਫੇਰੂ ਰਾਹੀਂ ਸਰਦਾਰ ਹਰਜੀਤ ਸਿੰਘ ਰਾਏ ਐਂਡ ਨਰਿੰਦਰ ਸਿੰਘ ਜੀ, ਇਹਨਾਂ ਨੇ ਰਲ ਕੇ ਇੱਥੇ ਇਨੀਸ਼ੀਏਟਿਵ ਲਿਆ ਅਤੇ ਉੱਥੇ ਇੱਕ ਸਾਡਾ ਕੈਂਪਸ ਫੁੱਲ ਫਲੈਜ ਚੱਲ ਰਿਹਾ ਹੈਗਾ। ਅਤੇ ਕੋਵਿਡ ਦੇ ਦੌਰਾਨ ਜਦੋਂ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਕਿ ਵੱਡੇ ਹੌਸਪੀਟਲਸ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਕੋਲ ਸਿਰਫ ਕੋਵਿਡ ਤੋਂ ਇਲਾਵਾ ਕੋਈ ਪੇਸ਼ੈਂਟ ਨਾ ਆਵੇ, ਅਤੇ ਨਾ ਹੀ ਉਹਨਾਂ ਨੇ ਦਾਖਲ ਕਰ ਰਹੇ ਸੀਗੇ, ਅਤੇ ਬਾਹਰੋਂ ਪਬਲਿਕ ਜਿਹੜੇ, ਕਿਉਂਕਿ ਸਾਡੇ ਕੋਲ 450 ਇਨਹੈਬੀਟੈਂਟਸ ਹੋਣ ਕਰਕੇ ਸਾਡੇ ਆਪਣੇ ਡਾਕਟਰਸ ਅਤੇ ਸਟਾਫ ਵੀ ਸੀਗਾ ਜਿਨ੍ਹਾਂ ਨੂੰ ਅਸੀਂ ਅੰਦਰ ਹੀ ਰੱਖਿਆ ਹੋਇਆ ਸੀ ਉਸ ਟਾਈਮ। ਅਤੇ ਪਬਲਿਕ ਸਾਡੇ ਤੱਕ ਪਹੁੰਚ ਕਰਨ ਲੱਗੀ ਕਿ ਵੀ ਸਾਨੂੰ ਚੈੱਕਅਪ ਕਰਵਾ ਦਿਓ, ਸਾਨੂੰ ਇਹ ਹਾਰਟ ਦੀ ਪ੍ਰੋਬਲਮ ਹੈ, ਸਾਨੂੰ ਕੋਈ ਕਿਡਨੀਜ਼ ਦੀ ਜਾਂ ਪੈਨਕ੍ਰੀਅਸ ਦੀ ਪ੍ਰੋਬਲਮ ਹੈਗੀ ਆ, ਅਤੇ ਵੀ ਅਸੀਂ ਵੀ ਫੀਲ ਕਰਨ ਲੱਗੇ ਕਿ ਡੈਥ ਰੇਟ ਉਹਦੇ ਕਰਕੇ ਵੀ ਵੱਧ ਰਿਹਾ ਸੀ। ਕੋਵਿਡ ਤਾਂ ਹੈ ਹੀ ਸੀ ਪ੍ਰੋਬਲਮ, ਬਟ ਉਹ ਫਿਰ ਉਹਨਾਂ ਦੀ ਸਪੋਰਟ ਅਸੀਂ ਅੰਦਰ ਲਿਆ ਕੇ ਨਹੀਂ ਸੀ ਕਰ ਪਾ ਰਹੇ, ਬਿਕੋਜ਼ ਸਾਨੂੰ ਆਪਣੇ ਇਨਹੈਬੀਟੈਂਟਸ ਦੀ ਸੇਫਟੀ ਸਭ ਤੋਂ ਵੱਡੀ ਪ੍ਰਾਇਓਰਿਟੀ ਸੀਗੀ। 500 ਬੰਦਾ ਤਾਂ ਸਾਡੇ ਹੈੱਡ ਆਫਿਸ 'ਚ ਕੈਂਪਸ 'ਚ ਸਟੇ ਕਰ ਰਿਹਾ ਸੀ, 100 ਦੇ ਕਰੀਬ ਝੰਜੇੜੀ ਸੀਗੇ, ਤਕਰੀਬਨ 35 ਸਾਡੇ ਇਨਹੈਬੀਟੈਂਟ ਇੱਧਰ ਹੈਗੇ ਆ। ਤੁਹਾਨੂੰ ਵੀ ਆਪਣਾ ਐਨਵਾਇਰਨਮੈਂਟ ਕਲੋਜ਼ ਰੱਖਣਾ ਪੈਣਾ ਸੀ ਤਾਂ ਕਿ ਵਾਇਰਸ ਨਾ ਆ ਜਾਵੇ ਕਿਤੇ। ਹਾਂਜੀ, ਤਾਂ ਉਹਨੂੰ ਦੇਖਦੇ ਹੋਏ ਸਾਨੂੰ ਐਮਰਜੈਂਸੀ 'ਚ ਅਸੀਂ ਇੱਕ ਹੋਟਲ ਦਾ ਐਗਰੀਮੈਂਟ ਕੀਤਾ, ਜਿਹਦੀ ਕੁਛ ਕੁ ਪੇਮੈਂਟ ਦੇ ਕੇ ਅਸੀਂ ਉਹਨੂੰ ਰੈਨੋਵੇਟ ਕੀਤਾ, ਅਤੇ ਅਸੀਂ ਫੈਬਰਰੀ 'ਚ ਜਦੋਂ ਡੈਲਟਾ ਵੇਵ ਆਈ ਹੈ ਉਦੋਂ ਸਾਡਾ ਸਟਾਰਟ ਹੋ ਚੁੱਕਿਆ ਸੀਗਾ। ਉਦੋਂ ਮਤਲਬ ਕਾਫੀ ਜ਼ਿਆਦਾ ਪੀਕ 'ਤੇ ਸੀਗਾ ਜਦੋਂ ਕਿ ਇਹ ਚੱਲ ਰਿਹਾ ਸੀ। ਸਾਡੇ ਕੋਲ ਕੋਵਿਡ ਪੇਸ਼ੈਂਟਸ ਵੀ ਆ ਰਹੇ ਸੀਗੇ, ਜਿਹੜੇ ਜ਼ਿਆਦਾ ਸੀਰੀਅਸ ਸੀ ਉਹਨਾਂ ਨੂੰ ਅਸੀਂ ਸ਼ਿਫਟ ਕਰ ਰਹੇ ਸੀ, ਬਾਕੀਆਂ ਨੂੰ ਇੱਥੇ ਹੀ ਕੇਅਰ ਕਰ ਰਹੇ ਸੀਗੇ। ਸਾਡੀਆਂ 2 ਐਂਬੂਲੈਂਸਿਸ ਕੋਵਿਡ ਪੇਸ਼ੈਂਟ ਨੂੰ ਚੱਕ ਕੇ ਹਸਪਤਾਲਾਂ ਤੱਕ ਪਹੁੰਚਾਉਣ ਲਈ ਰੈਗੂਲਰ ਪਹਿਲੇ ਵੇਵ 'ਚ ਵੀ ਲੱਗੀ ਰਹੀ, ਸੈਕਿੰਡ ਵੇਵ 'ਚ ਵੀ ਲੱਗੀ ਰਹੀ, ਐਂਡ ਇਨ ਮੀਨ ਟਾਈਮ ਹੀ ਉੱਥੇ ਫਾਰਮਰ ਪ੍ਰੋਟੈਸਟ ਸ਼ੁਰੂ ਹੋ ਗਿਆ ਸੀਗਾ, ਜਿੱਥੇ ਕਿ ਸਾਡੀਆਂ 2 ਐਂਬੂਲੈਂਸਿਸ ਪਹਿਲਾਂ ਵਰਕ ਕਰਦੀਆਂ ਰਹੀਆਂ। ਫਿਰ ਫ੍ਰੀ ਮੈਡੀਕਲ ਕੈਂਪ ਉੱਥੇ ਰੈਗੂਲਰ ਅਸੀਂ ਸ਼ੁਰੂ ਕਰ ਦਿੱਤਾ ਸੀਗਾ, ਇੱਕ ਡਾਕਟਰ ਸਾਡਾ ਰੈਗੂਲਰ ਵਿਜ਼ਿਟ ਕਰਦੇ ਰਹੇ ਉੱਥੇ, ਅਤੇ ਹੁਣ ਤੱਕ ਵੀ ਮਤਲਬ ਸਾਡਾ ਉੱਥੇ ਕੈਂਪ ਫ੍ਰੀ ਮੈਡੀਕਲ ਕੈਂਪ ਚੱਲ ਰਿਹਾ ਸੀਗਾ, ਇੱਕ ਐਂਬੂਲੈਂਸ ਰੈਗੂਲਰ ਸੀਗੀ। ਅਤੇ ਨਾਲ ਹੀ ਜਦੋਂ ਦੇਖਿਆ ਕਿ ਇੱਕੋ ਦਮ ਲਾਕਡਾਊਨ ਹੋ ਗਿਆ, ਅਤੇ ਮਤਲਬ ਬਾਹਰ ਲੋਕ ਅਸੀਂ ਫੀਲ ਕਰ ਰਹੇ ਸੀਗੇ ਕੋਵਿਡ ਕਰਕੇ ਨਹੀਂ ਉਹਨੇ ਬੰਦੇ ਮਰਨੇ ਜਿੰਨੇ ਕਿ ਭੁੱਖਮਰੀ ਦੇ ਨਾਲ ਮਰ ਜਾਣੇ ਹੈਗੇ। ਸੋ ਕਿਉਂਕਿ ਇੱਕੋ ਦਮ
ਬਿਨਾਂ ਅਲਟੀਮੇਟਮ ਦਿੱਤੇ ਉਹ ਲੋਕਡਾਊਨ ਕਰ ਦਿੱਤਾ ਗਿਆ। ਅਸੀਂ ਕੋਵਿਡ ਕਿਟਸ ਤੇ ਰਾਸ਼ਨ ਕਿਟਸ ਇੱਕ ਪਰਸਨ ਦੀ ਮਹੀਨੇ ਦਾ ਰਾਸ਼ਨ ਅਸੀਂ ਨਾਲ ਉਹਨਾਂ ਨੂੰ ਦਿੰਦੇ ਰਹੇ ਹਾਂ ਤਾਂ ਕਿ ਉਹਨਾਂ ਦੀ ਫੈਮਲੀਜ਼ ਦਾ ਗੁਜ਼ਾਰਾ ਚੱਲਦਾ ਰਹੇ। ਤਕਰੀਬਨ ਹਜ਼ਾਰਾਂ ਹੀ ਕਿਟਸ ਅਸੀਂ ਵੰਡੀਆਂ ਹੈਗੀਆਂ, ਟਰੱਕਾਂ ਦੇ ਟਰੱਕ ਅਸੀਂ ਡਿਸਟਰੀਬਿਊਟ ਕੀਤੇ ਆ। ਸਾਨੂੰ ਇਹ ਸੀਗਾ ਕਿ ਬਹੁਤ ਜਲਦੀ ਕੋਵਿਡ ਤੇ ਨਿਜਾਤ ਪਾ ਲਈ ਜਾਏਗੀ, ਬਟ ਇਹ ਬਹੁਤ ਜ਼ਿਆਦਾ ਲੰਬਾ ਖਿੱਚ ਗਿਆ। ਕੁਛ ਹਸਪੀਟਲ 'ਚ ਇੰਨਾ ਕੁ ਸਾਡਾ ਫੰਡਸ ਕੰਜ਼ਿਊਮ ਹੋ ਗਿਆ ਕਿਉਂਕਿ ਉੱਥੇ ਡਾਇਗਨੋਸਟਿਕ ਸੈਂਟਰ ਵੀ ਸਾਡਾ ਚੱਲ ਰਿਹਾ ਹੈਗਾ। ਫॉर ਅਦਰ ਪਬਲਿਕ ਇਟਸ ਆਲ ਔਨ ਚੈਰੀਟੇਬਲ ਰੇਟਸ ਤੇ ਬਟ ਜਿਹੜੇ ਕਿ ਜਿਹੜੇ ਲਾਚਾਰ ਐਮਰਜੈਂਸੀ ਕੇਸਿਸ ਆਉਂਦੇ ਹੈਗੇ ਆ ਜਾਂ ਸਾਡੇ ਇਨਹੈਬੀਟੈਂਟਸ ਹੈਗੇ ਆ ਜਾਂ ਹੋਰ ਲੋੜਵੰਦ ਆਉਂਦੇ ਆ ਉਹਨਾਂ ਵਾਸਤੇ ਇਹ ਬਿਨਾਂ ਸ਼ਰਤ ਹੀ ਇਲਾਜ ਕੀਤਾ ਜਾਂਦਾ ਹੈ। ਸੋ ਨੈਚੁਰਲੀ ਉਧਰ ਵੀ ਰਿਸੋਰਸਿਸ ਕਾਫੀ ਲੱਗੇ। ਅੱਛਾ ਹੁਣ ਇਹ ਦੱਸਿਓ, ਇੱਕ ਦੋ ਨਾ ਹਿਊਮਨ ਸਟੋਰੀਜ਼ ਤੁਹਾਡੇ ਤੋਂ ਜ਼ਰੂਰ ਜਾਣਨੀਆਂ ਚਾਹਾਂਗਾ। ਬਿਲਕੁਲ ਸ਼ੋਰ, ਕਿਉਂਕਿ ਆਈ ਥਿੰਕ ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਦੀ ਇੰਨੀ ਤੇਜ਼ ਰਫ਼ਤਾਰ ਦੇ ਵਿੱਚ ਨਾ ਇੰਨੀ ਤੇਜ਼ੀ ਨਾਲ ਲੰਘ ਜਾਂਦੇ ਹਾਂ ਅੱਗੇ, ਕਈ ਵਾਰੀ ਉਹ ਜਜ਼ਬੇ ਜਾਂ ਉਸ ਤਰ੍ਹਾਂ ਦੇ ਜਜ਼ਬਾਤ ਨੂੰ ਮਹਿਸੂਸ ਕਰਨ ਦਾ ਸਾਨੂੰ ਸਮਾਂ ਨਹੀਂ ਲੱਗਦਾ ਤੇ ਕਿਉਂਕਿ ਉਹ ਗੱਲਾਂ ਸਾਡੇ ਰੇਡਾਰ 'ਤੇ ਆਉਂਦੀਆਂ ਹੀ ਨਹੀਂ। ਐਂਡ ਵੈਨ ਵੀ ਗੈਟ ਅ ਚਾਂਸ ਟੂ ਸਪੀਕ ਟੂ ਸਮਵਨ ਲਾਈਕ ਯੂ, ਆਈ ਥਿੰਕ ਉਹ ਇੱਕ ਹਿਊਮੈਨਿਟੀ ਦੇ ਨਾਲ ਅਤੇ ਇੱਕ ਹਿਊਮਿਲਿਟੀ ਦੇ ਨਾਲ, ਦੋਨਾਂ ਚੀਜ਼ਾਂ ਦੇ ਨਾਲ ਉਹ ਕਨੈਕਸ਼ਨ ਦਾ ਇੱਕ ਬਹੁਤ ਵਧੀਆ ਜ਼ਰੀਆ ਬਣਦਾ। ਜਿਹੜੇ ਤੁਹਾਡੇ ਕੋਲ ਲੋਕ ਪਹੁੰਚਦੇ ਨੇ, ਜਿਵੇਂ ਤੁਸੀਂ ਦੱਸਿਆ, ਉਹਨਾਂ ਦੇ ਵਿੱਚੋਂ ਕਈ ਅਜਿਹੇ ਨੇ ਜਿਹੜੇ ਕਿ ਪ੍ਰਭ ਆਸਰਾ ਫਾਊਂਡੇਸ਼ਨ ਦੇ ਵਿੱਚ ਰੱਖ ਕੇ ਜਿਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ, ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਅਬੈਂਡਨ ਕਰਤਾ, ਛੱਡ ਦਿੱਤਾ ਕਿਉਂਕਿ ਬਰਥ ਵੇਲੇ, ਜਨਮ ਵੇਲੇ ਉਹਨਾਂ ਦੀ ਕੋਈ ਡਿਫੋਰਮਿਟੀ ਸੀ ਜਾਂ ਕੋਈ ਡਿਸੇਬਿਲਿਟੀ ਸੀ, ਜਾਂ ਫਿਰ ਕਈ ਅਜਿਹੇ ਜਿਹੜੇ ਡਿਪਰੈਸ਼ਨ ਦੇ ਮਾਰੇ ਕਈ ਵਾਰੀ ਘਰ 'ਚੋਂ ਨਿਕਲੇ ਅਤੇ ਪਤਾ ਹੀ ਨਹੀਂ ਕਿੱਥੇ ਨੂੰ ਚਲੇ ਗਏ ਅਤੇ ਉਹ ਗੁੰਮਸ਼ੁਦਾ ਹੋ ਗਏ। ਉਹ ਫਿਰ ਤੁਹਾਡੇ ਤੱਕ ਆਉਣ ਪਹੁੰਚੇ। ਕੁਝ ਸਟੋਰੀਜ਼ ਅਜਿਹੀਆਂ ਜ਼ਰੂਰ ਸਾਂਝੀਆਂ ਕਰੋ। ਇਹਨਾਂ 18 ਸਾਲਾਂ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਨੇ ਜੋ ਤੁਸੀਂ ਵੇਖੀਆਂ ਨੇ, ਜਿਨ੍ਹਾਂ ਬਾਰੇ ਸਾਡੀ ਜਿਹੜੀ ਬੜੀ ਪ੍ਰਿਵਿਲੇਜਡ ਜ਼ਿੰਦਗੀ ਹੈ ਜਿਹੜੀ ਅਸੀਂ ਜਿਉਂ ਰਹੇ ਹਾਂ, ਜਿੱਥੇ ਸਾਡੇ ਕੋਲ ਬਹੁਤ ਸਾਰੀਆਂ ਸੁੱਖ ਸਹੂਲਤਾਂ ਨੇ ਅਤੇ ਪਰਮਾਤਮਾ ਨੇ ਹੋਰ ਬਹੁਤ ਮਿਹਰਾਂ ਕੀਤੀਆਂ ਨੇ, ਤਾਂ ਵੀ ਅਸੀਂ ਸ਼ਿਕਾਇਤਾਂ ਕਰਦੇ ਰਹਿੰਦੇ ਹਾਂ ਕਿ ਜੀ ਆਹ ਨਹੀਂ ਹੈਗਾ, ਉਹ ਨਹੀਂ ਹੈਗਾ। ਕੁਝ ਅਜਿਹੀਆਂ ਗੱਲਾਂ ਜ਼ਰੂਰ ਦੱਸ ਕੇ ਜਾਇਓ ਜੀ, ਤਾਂ ਕਿ ਸਾਨੂੰ ਉਹ ਜਿਹੜੀ ਸਾਡੇ ਉੱਪਰ ਰਹਿਮਤਾਂ ਨੇ ਉਹਨਾਂ ਦਾ ਅਹਿਸਾਸ ਜ਼ਰੂਰ ਹੋਵੇ। ਬਿਲਕੁਲ ਜੀ, ਸੱਚੀ ਗੱਲ ਹੈ ਕਿ ਸਾਡੇ 'ਤੇ ਪਰਮਾਤਮਾ ਦੀ ਬਹੁਤ ਕਿਰਪਾ ਹੈ। ਮੈਂ ਇੱਕ ਸਟੋਰੀ ਤੋਂ ਸ਼ੁਰੂ ਕਰਾਂ। ਇੱਕ ਸਾਡੇ ਕੋਲ ਅੰਬਾਲਾ ਰੇਲਵੇ ਪੁਲਿਸ ਦਾ ਫੋਨ ਆਇਆ ਕਿ ਵੀ ਸਾਡੇ ਕੋਲ ਉੱਥੇ ਇੱਕ ਬੱਚੀ ਹੈਗੀ ਆ ਜਿਹੜੀ ਕਿ ਅਬੈਂਡਨਡ ਹੈਗੀ ਆ, ਤਾਂ ਤੁਹਾਡੇ ਕੋਲ ਪਹੁੰਚਾਉਣੀ ਆ। ਅਸੀਂ ਉਹਨਾਂ ਨੂੰ ਕਿਹਾ ਕਿ ਬਿਕੋਜ਼ ਕੁਛ ਰੂਲਸ ਐਂਡ ਰੈਗੂਲੇਸ਼ਨ ਸਰਕਾਰ ਨੇ ਸਖਤ ਕਰ ਦਿੱਤੇ ਕਿ ਡਾਇਰੈਕਟ ਯੂ ਕਾਂਟ ਪਿਕ ਐਨੀ ਵਨ ਫਰੋਮ ਦ ਰੋਡ ਸਾਈਡ, ਬਿਕੋਜ਼ ਜੇ ਕਿਸੇ ਦੇ ਵਾਰਸ ਨੇ ਤੁਹਾਨੂੰ ਕਲੇਮ ਤੁਹਾਡੇ ਸੂ ਕਰ ਦਿੱਤਾ ਤੇ ਇਟ ਵੁੱਡ ਬੀ ਹਾਰਡ ਫॉर ਅਸ। ਜੱਜਿਸ ਨੇ ਸਾਨੂੰ ਖੁਦ ਕਿਹਾ ਹਾਈ ਕੋਰਟ 'ਤੇ ਕਿ ਵੀ ਆਪਾਂ ਨੇ ਇੱਕ ਪ੍ਰੋਸੀਜਰ ਅਡਾਪਟ ਕਰਕੇ ਉਹਨਾਂ ਨੂੰ ਲੈ ਕੇ ਆਉਣਾ। ਸੋ ਅਸੀਂ ਉਹਨਾਂ ਨੂੰ ਚਾਈਲਡ ਵੈਲਫੇਅਰ ਕਮੇਟੀ ਦਾ ਨੰਬਰ ਦਿੱਤਾ, ਉਹਨਾਂ ਦੇ ਥਰੂ ਸਾਡੇ ਕੋਲ ਉਹ ਬੱਚੀ ਪਹੁੰਚਾਏਗੀ। ਉਹ ਬੱਚੀ ਕੀ ਰੇਲਵੇ ਬੋਗੀ ਦੇ ਵਿੱਚ ਕਿਸੇ ਨੇ ਮੈਲੇ ਕਚੈਲੇ ਕੱਪੜੇ ਤੇ ਬੋਟਲ ਦੇ ਨਾਲ ਹੀ ਉਹ ਬੱਚੀ ਨੂੰ ਪਾ ਦਿੱਤਾ। ਕਿ ਬੱਚੀ ਕਿੱਦਾਂ ਦੀ ਸੀਗੀ? ਸ਼ੀ ਵਾਜ਼ ਨਾਟ ਮੈਂਟਲੀ ਸਾਊਂਡ, ਚੈਲੰਜ ਸੀਗੀ ਤੇ ਸੈਰੀਬਲ ਪਾਲਸੀ ਸੀਗੀ। ਮਤਲਬ ਉਹ ਹਿੱਲ ਵੀ ਨਹੀਂ ਸੀ ਸਕਦੀ, ਮਤਲਬ ਇੰਟਰੈਕਟ ਵੀ ਨਹੀਂ ਸੀ ਕਰ ਪਾਉਂਦੀ, ਹੱਥ ਬਾਂਹ ਨਹੀਂ ਸੀ ਚੱਲਦੇ। ਤੇ ਕਿਸੇ ਤਰ੍ਹਾਂ ਚਾਈਲਡ ਵੈਲਫੇਅਰ ਕਮੇਟੀ ਦੇ ਥਰੂ ਸਾਡੇ ਕੋਲ ਪਹੁੰਚੀ ਹੈ। ਜੇ ਅੱਜ ਦੀ ਡੇਟ 'ਚ ਆਪ ਸ਼ਾਇਦ ਕਿਸੇ ਵੀਡੀਓ 'ਚ ਵੀ ਦੇਖੋ ਜਾਂ ਆਪ ਉੱਥੇ ਜਾ ਕੇ ਵੀ ਦੇਖੋ, ਐਂਡ ਸ਼ੀ ਕਾਂਟ ਸਪੀਕ ਅ ਲੋਟ, ਜ਼ਿਆਦਾ ਨਹੀਂ ਬੋਲ ਸਕਦੀ ਲੇਕਿਨ ਆਵਾਜ਼ ਮਾਰ ਕੇ ਕਹੇਗੀ ਦੀਦੀ 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 ਕਰਕੇ। ਤੇ ਜੇ ਮੈਂ ਉਹਦੇ ਕੋਲ ਖੜੀ ਹੋਵਾਂਗੀ ਤੇ ਆਪ ਜੀ ਵੀ ਕੋਲ ਖੜੇ ਹੋਗੇ ਤਾਂ ਉਹ ਇਸ਼ਾਰਿਆਂ ਨਾਲ ਦੱਸੇਗੀ ਆਪ ਜੀ ਨੂੰ ਵੀ ਵੈਲਕਮ ਕਰੇਗੀ ਪਹਿਲਾਂ ਆਪ ਜੀ ਦਾ, ਫਿਰ ਇਸ਼ਾਰਿਆਂ ਨਾਲ ਕਹੇਗੀ ਕਿ ਮੇਰੀ ਦੀਦੀ ਆਈ ਆ, ਵੀ ਮੇਰੇ ਕੋਲ ਆਈ ਆ, ਮੇਰੇ ਕੋਲ ਬੈਠਣ ਲੱਗੀ ਆ। ਜੇ ਉਹਨਾਂ ਨੂੰ ਕਵਾਂਗੇ ਕਿ ਵੀ ਮੈਂ ਜਾਵਾਂ ਹੁਣ, ਮੈਂ ਥੋੜਾ ਕੰਮ ਕਰ ਲਾਂ, ਤੇ ਸਿਰ ਹਿਲਾ ਕੇ ਕਹਿਣਗੇ ਨਹੀਂ। ਦੇ ਕਾਂਟ ਸਪੀਕ ਬਟ ਦੇ ਹੈਵ ਐਕਸਪ੍ਰੈਸ਼ਨਸ ਟੂ ਟੈਲ ਅਸ। ਇਮੋਸ਼ਨਸ ਤਾਂ ਉਹਨਾਂ ਦੇ ਵੀ ਹੈਗੇ, ਬਿਲਕੁਲ ਇਮੋਸ਼ਨਸ ਬਹੁਤ ਬੜੇ ਪਿਆਰ ਨਾਲ। ਫਿਰ ਉਸ ਤੋਂ ਬਾਅਦ ਇੱਕ ਬੱਚੀ ਮੋਹਾਲੀ ਨਾ ਪਾਰਕ ਦੇ ਵਿੱਚ ਕਿਸੇ ਨੇ ਸੁੱਟ ਦਿੱਤੀ ਝਾੜੀਆਂ ਦੇ ਵਿੱਚ। ਤੇ ਇੱਕ ਡਰਾਈਵਰ ਕਿਤੋਂ ਦਿੱਲੀ ਤੋਂ ਆਇਆ ਸੀਗਾ, ਟੈਕਸੀ ਡਰਾਈਵਰ, ਉਹਨੇ ਮੋਹਾਲੀ ਆਪਣੀ ਸਵਾਰੀ ਉਤਾਰੀ ਤੇ ਉਹਨੂੰ ਕਾਫੀ ਨੀਂਦ ਆ ਰਹੀ ਸੀ। ਹੈ ਸਾਡੇ ਇੱਧਰ ਕਿਤੇ ਪਿੰਡਾਂ ਵੱਲ ਦਾ ਸੀਗਾ, ਕੁਰਾਲੀ ਦੇ ਨੇੜੇ ਦਾ। ਤੇ ਉਹਨੇ ਜਦੋਂ ਸਵੇਰੇ 3 ਵਜੇ ਸੁੱਤਾ ਪਿਆ ਸੀਗਾ ਤੇ ਕੁੱਤੇ ਭੌਂਕ ਰਹੇ ਸੀ ਕਾਫੀ ਜ਼ਿਆਦਾ, ਤੇ ਉਧਰ ਬੱਚੀ ਦੀ ਵੀ ਰੋਣ ਦੀ ਆਵਾਜ਼ ਆ ਰਹੀ ਸੀ। ਉਹਨੇ ਕਿਹਾ ਵੀ ਇਹ ਦੋਨੋਂ ਕੰਬੀਨੇਸ਼ਨ ਕਿੱਦਾਂ ਹੋ ਰਿਹਾ? ਉਹ ਇੱਕੋ ਦਮ ਉੱਠਿਆ ਤਬਕੇ ਤੇ ਜਦੋਂ ਉਹਨੇ ਜਾ ਕੇ ਦੇਖਿਆ ਕਿ ਬੱਚੀ ਰੋ ਰਹੀ ਹੈ ਝਾੜੀਆਂ ਦੇ ਵਿੱਚ ਤੇ ਕੁੱਤੇ ਉਹਦੇ ਕੋਲ ਨੂੰ ਜਾ ਕੇ ਉਹਨੂੰ ਭੌਂਕ ਰਹੇ ਆ, ਤਾਂ ਹੋ ਸਕਦਾ ਸੀ ਨੁਕਸਾਨ ਵੀ ਕਰ ਦਿੰਦੇ, ਲੇਕਿਨ ਉਹਨੇ ਹਿੰਮਤ ਕਰਕੇ ਕੁੱਤੇ ਭਜਾ ਕੇ ਉਹਨੇ ਬੱਚੀ ਚੱਕੀ। ਤੇ ਉਹਨੂੰ ਯਾਦ ਸੀਗਾ ਕਿ ਪ੍ਰਭ ਆਸਰਾ ਦੇ ਗੇਟ ਤੇ ਇੱਕ
ਕਰੈਡਲ ਲੱਗਿਆ ਹੋਇਆ, ਪੰਗੂੜਾ ਲੱਗਿਆ ਹੋਇਆ ਵੀ ਮੈਂ ਉੱਥੇ ਛੱਡ ਦੇਵਾਂਗਾ। ਆਇਆ ਸਿਕਿਉਰਿਟੀ ਵਾਲੇ ਨਾਲ, ਸਿਕਿਉਰਿਟੀ ਵਾਲੇ ਨੇ ਉਹਨਾਂ ਨੂੰ ਦੇਖਿਆ ਤੇ ਉਹ ਉਹਦੇ ਨਾਲ ਗੱਲ ਕੀਤੀ ਤੇ ਕਹਿੰਦੇ ਵੀ ਇਹ ਬੱਚੀ ਇਹਦਾ ਅਬੈਂਡਨਡ ਮਿਲੀ ਹੈਗੀ ਆ। ਤੇ ਉਹਨੇ ਕਿਹਾ ਵੀ ਤੁਸੀਂ ਅੰਦਰ, ਬੀਬੀ ਜੀ ਹਰੀ ਜਾਗਦੇ ਆ, ਵੀ ਤੁਸੀਂ ਜਾਓ ਅੰਦਰ ਮਿਲ ਲਓ ਉਹਨਾਂ ਨੂੰ ਦੱਸ ਦਿਓ। ਕਹਿੰਦਾ ਨਹੀਂ, ਮੈਂ ਇਹਨਾਂ ਝੰਜਟਾਂ 'ਚ ਨਹੀਂ ਪੈਣਾ ਚਾਹੁੰਦਾ ਤੇ ਮੈਂ ਉਹ ਬੱਚੀ ਨੂੰ ਕਰੈਡਲ 'ਚ ਰੱਖ ਕੇ ਚਲਾ ਗਿਆ। ਮਤਲਬ ਇੱਦਾਂ ਦੇ ਕਾਫੀ ਕੇਸਿਸ ਆਉਂਦੇ ਆ। ਰੇਪ ਵਿਕਟਮਸ ਸਾਡੇ ਕੋਲ ਪਹੁੰਚਦੀਆਂ ਹੈਗੀਆਂ। ਪਿੱਛੇ ਜੇ ਇੱਕ ਬੱਚੀ ਸਾਡੇ ਕੋਲ 10 ਸਾਲ ਦੀ ਬੱਚੀ 5th ਕਲਾਸ 'ਚ ਪੜ੍ਹਦੀ ਸੀਗੀ ਤੇ ਉਹ ਪ੍ਰੈਗਨੈਂਟ ਹੋ ਗਈ। ਘਰ 'ਚ ਹੀ ਸਟੈਪ ਫਾਦਰ ਵੱਲੋਂ ਰੇਪ ਕੀਤੀ ਗਈ ਐਂਡ ਮਦਰ ਨੇ ਨਹੀਂ ਰੱਖੀ ਕਿ ਵੀ ਕੱਲ੍ਹ ਨੂੰ ਇਹਦੀ ਲਾਈਫ 'ਤੇ ਇਫੈਕਟ ਪਏਗਾ ਤੇ ਉਹਨੇ ਚਾਈਲਡ ਵੈਲਫੇਅਰ ਕਮੇਟੀ ਦੇ ਥਰੂ ਸਾਡੇ ਕੋਲ ਪਹੁੰਚਾ ਦਿੱਤਾ। ਐਂਡ ਉੱਧਰ ਉਹਦੇ ਐਗਜ਼ਾਮ ਚੱਲ ਰਹੇ ਐਂਡ ਸ਼ੀ ਵਾਜ਼ ਪ੍ਰੈਗਨੈਂਟ ਫॉर 5 to 6 month ਤੇ ਫਿਰ ਉਹ ਟੀਚਰਸ ਨੂੰ ਬੁਲਾ ਕੇ ਇੱਥੇ ਹੀ ਉਹਦੇ ਐਗਜ਼ਾਮ ਕਰਵਾਏ ਗਏ। ਐਂਡ ਹੌਲੀ ਹੌਲੀ ਉਹ ਟਾਈਮ ਆ ਗਿਆ ਤੇ ਈਵਨ ਕਿ ਸਾਨੂੰ ਚਾਈਲਡ ਵੈਲਫੇਅਰ ਕਮੇਟੀ ਨੇ ਉਹਨੂੰ XYZ ਕਹਿ ਕੇ ਸਾਡੇ ਕੋਲ ਭੇਜਿਆ ਤੇ ਕਿਹਾ ਵੀ ਕਿਸੇ ਨੂੰ ਮਿਲਣ ਨਹੀਂ ਦੇਣਾ। ਬੱਚੀ ਬੜਾ ਇਕੱਲਾ ਜਿਹਾ ਫੀਲ ਕਰਦੀ ਸੀ। ਫਿਰ ਅਸੀਂ ਉਹਨਾਂ ਨੂੰ ਬੱਚਿਆਂ ਦੇ ਵਿੱਚ ਇੰਟਰੈਕਟ ਕਰਨ ਲਈ ਭੇਜਿਆ ਵੀ ਨਹੀਂ, ਇਹ ਸਾਈਕੋਲੋਜੀਕਲੀ ਇਫੈਕਟ ਹੋਏਗਾ ਇਹਦੇ ਤੇ। ਬੱਚਿਆਂ ਦੇ ਨਾਲ ਬੜਾ ਖੁਸ਼ ਸੀਗੀ। ਇੱਕ ਵਾਰ ਟੂਰ ਜਾਣਾ ਸੀਗਾ ਤੇ ਸਾਨੂੰ ਚਾਈਲਡ ਵੈਲਫੇਅਰ ਕਮੇਟੀ ਦੀ ਇੰਸਟਰਕਸ਼ਨ ਕਿਤੇ ਬਾਹਰ ਨਹੀਂ ਜਾਣਾ, ਸਨੈਪ ਨਹੀਂ ਕਰਨੀ, ਬਾਹਰ ਨਹੀਂ ਲੈ ਕੇ ਜਾਣਾ ਇਹਨੂੰ, ਹੈ ਨਾ। ਬਟ ਜਦੋਂ ਅਸੀਂ ਉਹਨੂੰ ਪੁੱਛਿਆ ਤੇ ਕਹਿੰਦੀ ਮੈਂ ਵੀ ਜਾਣਾ ਚਾਹੁੰਦੀ ਹਾਂ ਟੂਰ ਤੇ, ਘੁੰਮਣ ਜਾਣਾ। ਓਬਵੀਅਸਲੀ ਹੁੰਦਾ, ਬੱਚੀ ਹੈ ਛੋਟੀ ਜੀ ਤੇ ਚਲੋ ਅਸੀਂ ਉਹਨੂੰ ਖੁੱਲ੍ਹੇ ਜਿਹੇ ਕੱਪੜੇ ਜਿਹੇ ਪਵਾ ਕੇ ਫਰੋਕ ਟਾਈਪ 'ਚ ਅਸੀਂ ਉਹਨੂੰ ਲੈ ਗਏ ਐਂਡ ਅਸੀਂ ਕਿਸੇ ਨੂੰ ਇਨਫੋਰਮ ਨਹੀਂ ਕੀਤਾ, ਨਾ ਕਿਸੇ ਨੂੰ ਦੱਸਿਆ ਐਂਡ ਸ਼ੀ ਵਾਜ਼ ਸੋ ਹੈਪੀ। ਬਟ ਜਿਸ ਦਿਨ ਉਹ ਸਟੇਜ ਆਇਆ ਕਿ ਉਹਨੂੰ ਪੇਨਸ ਸ਼ੁਰੂ ਹੋਈਆਂ, ਐਂਬੂਲੈਂਸ 'ਚ ਇੱਕਦਮ ਉਹਦੀ ਮਦਰ ਨੂੰ ਬੁਲਾਇਆ ਗਿਆ, ਨਾਲ ਲੈ ਕੇ ਗਏ। ਉਹ ਇੰਨੀ ਕੁਝ ਜ਼ਿਆਦਾ ਪੇਨ ਸੀਗੀਆਂ ਕਿ ਉਹ ਝੱਲ ਨਹੀਂ ਸਕੀ ਐਂਡ ਰਸਤੇ 'ਚ ਉਹਨੂੰ ਬਹੁਤ ਜ਼ਿਆਦਾ ਐਪੀਲੈਪਸੀ ਦੇ ਅਟੈਕ ਹੋਣ ਲੱਗ ਗਏ ਐਂਡ ਹਸਪੀਟਲ ਜਾਣ ਤੱਕ ਤਾਂ ਉਹ ਕੋਮਾ 'ਚ ਚਲੀ ਗਈ। ਮਤਲਬ 32 ਹਸਪੀਟਲ ਤੱਕ ਪਹੁੰਚਣ ਤੱਕ ਉਹਨਾਂ ਨੇ ਫਟਾਫਟ ਆਪਰੇਟ ਕੀਤਾ, ਉਹਦਾ ਸਜ਼ੇਰੀਅਨ ਕੀਤਾ ਤੇ ਉਹਦੀ ਮਾਤਾ ਨੇ ਬੱਚੇ ਨੂੰ ਲੈਣ ਤੋਂ ਇਨਕਾਰ ਕੀਤਾ। ਬੇਬੀ ਬॉय ਸੀਗਾ ਐਂਡ ਬੱਚੀ ਦੀ ਹਾਲਤ ਇੰਨੀ ਖਰਾਬ ਰਹੀ ਕਿ 10 ਦਿਨ ਉਹ ਕੋਮਾ ਦੇ ਵਿੱਚ ਰਹੀ। ਉਸ ਟਾਈਮ ਇਹ ਸਟੇਜ ਸੀਗਾ, ਪਤਾ ਨਹੀਂ ਸੀਗਾ ਕਿ ਬੱਚੀ ਬਚ ਸਕਦੀ ਹੈ ਕਿ ਨਹੀਂ ਬਚ ਸਕਦੀ। ਮਤਲਬ ਸਾਡਾ ਇੰਨਾ ਕੁ ਕਈ ਵਾਰੀ ਮਤਲਬ ਆਈ ਵਾਜ਼ ਰੀਅਲੀ ਫੀਲਿੰਗ ਲਾਈਕ ਕਰਾਈ ਵੀ ਮੈਂ ਕੀ ਕਰ ਸਕਦੇ ਹਾਂ ਅਸੀਂ, ਹੈ ਨਾ। ਇਹਦੇ ਵਿੱਚ ਸਾਡੇ ਲਈ ਬਹੁਤ ਉਹ ਇਮੋਸ਼ਨਲ ਜਾਂ ਉੱਧਰ ਛੋਟਾ ਜਿਹਾ ਬੱਚਾ, ਜਦ ਤੱਕ ਮੈਂ ਉੱਥੇ ਪਹੁੰਚੀ ਨਹੀਂ ਆ ਕਿਸੇ ਨੇ ਉਹਦੇ ਕੱਪੜੇ ਵੀ ਨਹੀਂ ਪਵਾਏ ਸੀਗੇ ਬੱਚੇ ਦੇ। ਮਤਲਬ ਵੀ ਉਹਨੂੰ ਵੀ ਇੱਕ ਤਰ੍ਹਾਂ ਅਬੈਂਡਨ ਕਰ ਦਿੱਤਾ। ਫਿਰ ਜਾ ਕੇ ਉਹ ਨੀਲਾ ਹੋਇਆ ਪਿਆ ਸੀ, ਜਾ ਕੇ ਉਹਨੂੰ ਸੰਭਾਲਿਆ ਵੀ ਜੇ ਹੁਣ ਬੱਚੀ ਨੇ ਜਨਮ ਦਿੱਤਾ ਲੇਕਿਨ ਉਹ ਇੱਕ ਲਾਈਫ ਹੈ, ਇੱਕ ਜ਼ਿੰਦਗੀ ਆ, ਉਹਨੂੰ ਬਚਾਉਣਾ ਤਾਂ ਸਾਡਾ ਫਰਜ਼ ਬਣਦਾ ਨਾ। ਜਾ ਕੇ ਫਿਰ ਉਹਨੂੰ ਕਲੀਨ ਕੀਤਾ, ਉਹਦੇ ਕੱਪੜੇ ਪਵਾਏ, ਫਿਰ ਉਹਨੂੰ ਸੰਭਾਲਿਆ। ਫਿਰ ਮੈਂ ਚਾਈਲਡ ਵੈਲਫੇਅਰ ਕਮੇਟੀ ਨੂੰ ਪੁੱਛਿਆ, ਮੈਂ ਕਿਹਾ ਵੀ ਕੀ ਤੁਹਾਡਾ ਇਹੀ ਤੁਹਾਡੀ ਵੈਲਫੇਅਰ ਕਮੇਟੀ ਕਹਿੰਦੀ ਹੈ ਕਿ ਵੀ ਉਹ ਬੱਚੇ ਨੂੰ, ਕਹਿੰਦੇ ਨਹੀਂ ਜੀ ਸਾਨੂੰ ਇਹਨਾਂ ਨੇ ਦੱਸਿਆ ਨਹੀਂ ਕਿ ਬੱਚੇ ਨੂੰ ਕੇਅਰ ਨਹੀਂ ਕੀਤੀ। ਮੈਂ ਕਿਹਾ ਤੁਹਾਡਾ ਫਰਜ਼ ਬਣਦਾ ਸੀ ਉਹਨੂੰ ਜਾ ਕੇ ਦੇਖਣ ਦਾ, ਤੁਸੀਂ ਮੇਰੇ ਨਾਲੋਂ ਪਹਿਲਾਂ ਪਹੁੰਚ ਗਏ ਉੱਥੇ ਲੇਕਿਨ ਕਿਸੇ ਨੇ ਦੇਖਿਆ ਨਹੀਂ। ਤਾਂ ਬਟ ਚਲੋ ਜੋ ਪ੍ਰੋਸੀਜਰ ਹੈਗਾ ਉਹਦੇ ਵਿੱਚ ਉਹਨੂੰ ਅਡੋਪਸ਼ਨ ਏਜੰਸੀ ਭੇਜ ਕੇ ਉਹਨੂੰ ਅਡੋਪਟ ਕਰਵਾ ਦਿੱਤਾ ਗਿਆ। ਲੇਕਿਨ ਮਤਲਬ ਇੱਦਾਂ ਦੀ ਤਰਾਸ਼ਦੀ ਹੈਗੀ ਹੈ ਕਿ ਅੱਜ ਦੀ ਡੇਟ 'ਚ ਬੱਚੇ ਨੂੰ ਇਨਸਾਨ ਨਹੀਂ ਸਮਝਿਆ ਜਾ ਰਿਹਾ। ਬੱਚਿਆਂ ਨੂੰ ਸਾਡੇ ਅੰਦਰ ਉਹ ਸੰਸਕਾਰ, ਗੁਰਬਾਣੀ ਤੋਂ ਦੂਰੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਜਿਹੜੇ ਸਾਡੇ 'ਤੇ ਗੁਰਬਾਣੀ ਦੇ ਪ੍ਰਭਾਵ ਦੇ ਨਾਲ ਅਸੀਂ ਇਨਸਾਨ ਬਣਨਾ, ਉਹ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ। ਜਦੋਂ ਤੁਸੀਂ ਇਹ ਸਾਰਾ ਕੁਝ ਵੇਖਦੇ ਹੋ ਜੀ, ਤੁਸੀਂ ਜਿਹੜੇ ਕੁਝ ਇਹ ਗੱਲਾਂ ਦੱਸੀਆਂ ਝੰਜੋੜ ਦਿੰਦੀਆਂ ਨੇ। ਤੁਸੀਂ ਡੇਲੀ ਬੇਸਿਸ 'ਤੇ ਡੀਲ ਕਰਦੇ ਹੋ ਆਪਣੇ ਉੱਪਰ, ਆਪਣੇ ਜਜ਼ਬਾਤ ਨੂੰ, ਹੈ ਨਾ, ਉਹਨੂੰ ਤੁਸੀਂ ਕਿਵੇਂ ਠੀਕ ਠਾਕ ਰੱਖਦੇ ਹੋ? ਕਿਉਂਕਿ ਤੁਹਾਡੇ ਉੱਪਰ ਵੀ ਇਟ ਮਸਟ ਟੇਕ ਅ ਲੋਟ ਆਫ ਮੈਂਟਲ ਟੋਲ। ਇਹ ਮਾਨਸਿਕ ਤੌਰ 'ਤੇ ਇਹ ਗੱਲਾਂ ਸੁਣ ਕੇ ਇੰਨੀ ਪਰੇਸ਼ਾਨੀ ਹੁੰਦੀ ਹੈ। ਜਦ ਤੁਸੀਂ ਆਪਣੇ ਸਾਹਮਣੇ ਇਹਨਾਂ ਨੂੰ ਵੇਖਦੇ ਹੋ ਉਦੋਂ ਤੇ ਪਤਾ ਨਹੀਂ ਇਹਨਾਂ ਦਾ ਕੀ ਅਸਰ ਹੁੰਦਾ ਹੋਏਗਾ। ਹਾਊ ਡੂ ਯੂ ਡੀਲ ਵਿਦ ਇਟ? ਪਰਮਾਤਮਾ ਸਾਨੂੰ ਡੇਲੀ ਗੁਰਬਾਣੀ 'ਚ ਹੀ ਕਹਿੰਦਾ ਕਿ ਵੀ ਇਨਸਾਨ ਤੇਰੀ ਉਮਰ ਬਹੁਤ ਛੋਟੀ ਜੀ ਹੈ, ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰੀਓ। ਪਰਮਾਤਮਾ ਨੂੰ ਤੂੰ ਕਿਉਂ ਵਿਸਾਰਦਾ ਜਿਹਨੇ ਤੈਨੂੰ ਇੱਥੇ ਭੇਜਿਆ? ਹੁਣ ਤੂੰ ਆਇਆ ਹੈ ਤੇ ਤੇਰੀ ਜ਼ਿੰਦਗੀ ਜਾਣ ਲਈ ਤਿਆਰ ਬੈਠੀ ਹੈ, ਪਤਾ ਨਹੀਂ। ਆਈ ਲੋਸਟ ਮਾਈ ਬ੍ਰਦਰ ਰੀਸੈਂਟਲੀ ਐਂਡ ਹੀ ਵਾਜ਼ ਯੰਗ, ਹੈ ਨਾ। ਤਾਂ ਮਤਲਬ
ਫੀਲ ਹੁੰਦਾ ਕਿ ਵੀ ਫਾਦਰ ਗਏ, ਉਹ ਤਾਂ ਉਮਰ ਚਲੋ ਮੰਨ ਲਈ, ਲੇਕਿਨ ਉਸ ਏਜ 'ਚ ਮੈਂ ਕਦੇ ਵੀ ਅਸੀਂ ਚਲੇ ਜਾਣਾ ਹੈ ਨਾ, ਇਹ ਤਾਂ ਸਾਨੂੰ ਪ੍ਰੈਕਟੀਕਲ ਸਾਡੇ 'ਤੇ ਵਾਪਰਦਾ ਹੈਗਾ। ਤੋ ਮਤਲਬ ਸਾਨੂੰ ਉਹ ਛੋਟੀ ਜਿਹੀ ਲਾਈਫ ਦੇ ਵਿੱਚ ਕਿਵੇਂ ਅਸੀਂ ਵੱਧ ਤੋਂ ਵੱਧ ਕੁਝ ਅੱਛਾ ਕਰ ਜਾਈਏ, ਇਹੀ ਬਹੁਤ ਵੱਡੀ ਗੱਲ ਹੈ। ਜੇ ਅਸੀਂ ਇਮੋਸ਼ਨਸ ਦੇ ਵਿੱਚ ਫਸ ਗਏ ਤਾਂ ਅਸੀਂ ਉਹਦੇ 'ਤੇ ਜਿੱਤ ਨਹੀਂ ਹਾਸਲ ਕਰ ਸਕਦੇ ਆਪਣੇ ਮਨ 'ਤੇ, ਹੈ ਨਾ। ਉਹਨੂੰ ਜਿੱਤਣ ਵਾਸਤੇ ਤਾਂ ਸਾਨੂੰ ਅੱਗੇ ਵਧਣਾ ਹੀ ਪੈਂਦਾ, ਬਿਕੋਜ਼ ਸਾਡੇ ਕੋਲ ਇੰਨੇ ਕੀੜੇ ਪਏ ਹੋਏ, ਕੇਸ ਗਲੇ ਹੋਏ, ਮਤਲਬ ਕਈ ਵਾਰੀ ਪਹੁੰਚਦੇ ਆ ਕਿ ਪਿੱਛੇ ਜੇ ਇੱਕ ਬਰਨਡ ਕੇਸ ਆਇਆ ਸਾਡੇ ਕੋਲ, ਇੱਦਾਂ ਲੱਗ ਰਿਹਾ ਸੀਗਾ ਕਿ ਐਸਿਡ ਅਟੈਕ ਹੈਗਾ, ਬਟ ਉਹ ਕੁਦਰਤੀ ਕਿਸੇ ਐਪੀਲੈਪਸੀ ਦੀ ਪ੍ਰੋਬਲਮ ਕਰਕੇ ਸ਼ੀ ਫੈਲ ਇਨਟੂ ਦੈਟ ਕੜਾਈ ਕੰਮ ਕਰਦੇ ਹੋਏ, ਤੇ ਉੱਦਾਂ ਦੇ ਕੇਸ ਦੇਖ ਲਓ। ਉਹ ਗਰੀਬ ਪਰਿਵਾਰ ਦੀ ਸੀ ਬੱਚੀ, ਉਹ ਕਿੱਥੋਂ ਝਾਰਖੰਡ ਤੋਂ ਉਹਦਾ ਬ੍ਰਦਰ ਉਹਨੂੰ ਲੈਣ ਵਾਸਤੇ ਆਇਆ, ਤੇ ਇੱਦਾਂ ਦੇ ਵੀ ਕੇਸ ਸਾਡੇ ਕੋਲ ਆ ਰਹੇ ਹੈ ਕਿ ਸੈਕਟਰੀ ਲੈਵਲ ਤੇ ਰਿਟਾਇਰ ਹੋਏ ਆ, ਬਟ ਗੁਰਦੁਆਰਿਆਂ ਦੇ ਬਾਹਰ ਉਹ ਰੁਲ ਰਹੀਆਂ ਸੀਗੀਆਂ ਬੀਬੀਆਂ, ਜਿਨ੍ਹਾਂ ਨੂੰ ਲਿਆ ਕੇ ਇੱਥੇ ਉਹਨਾਂ ਦੀ ਕੇਅਰ ਕੀਤੀ ਗਈ, ਤੇ ਕੋਈ ਉਹਨਾਂ ਨੂੰ ਵਾਰਸ ਕਹਿਣ ਲਈ ਤਿਆਰ ਨਹੀਂ। ਤੇ ਇੱਦਾਂ ਦੇ ਵੀ ਕੇਸ ਆਏ ਆ ਕਿ ਵੀ ਵਾਰਸਾਂ ਦੇ ਹੁੰਦੇ ਹੁੰਦੇ ਲਵਾਰਸ ਕਹਿ ਦਿੱਤੇ ਗਏ। ਕਿਸੇ ਏਜ 'ਚ ਉਹਨਾਂ ਨੇ ਆਪਣੀ ਸਾਰੀ ਫੈਮਿਲੀ ਦੀ ਇੰਨਾ ਕੁ ਜ਼ਿਆਦਾ ਪੈਸਾ ਕਮਾਇਆ, ਇੰਨੀਆਂ ਕੁ ਦੁਕਾਨਾਂ ਬਣਾਈਆਂ, ਮਕਾਨ ਬਣਾਏ, ਸਾਰਾ ਕੁਝ ਬਣਾਇਆ, ਘਰ ਤੋਂ ਦੂਰ ਬਾਹਰਲੇ ਓਵਰਸੀਜ਼ ਰਿਹਾ, ਬਾਹਰਲੇ ਦੇਸ਼ਾਂ 'ਚ ਰਿਹਾ, ਬਟ ਜਦੋਂ ਉਹਨੂੰ ਪੈਰਾਲਾਈਸਿਸ ਹੋ ਗਿਆ, ਓਵਰਸੀਜ਼ ਵਾਲਿਆਂ ਨੇ ਵੀ ਉਹਨੂੰ ਘਰ ਭੇਜ ਦਿੱਤਾ, ਤੇ ਘਰ ਜਾ ਕੇ ਉੱਥੇ ਨਾ ਭਰਾਵਾਂ ਨੇ ਉਹਨੂੰ ਸੰਭਾਲਿਆ, ਨਾ ਘਰ ਵਾਲੀ ਨੇ ਸੰਭਾਲਿਆ, ਨਾ ਬੱਚਿਆਂ ਨੇ ਸੰਭਾਲਿਆ, ਤੇ ਸਾਡੇ ਕੋਲ ਲਵਾਰਿਸ ਕਹਿ ਕੇ ਝੂਠਾ ਪਰਚਾ ਬਣਾ ਕੇ ਸਾਡੇ ਕੋਲ ਛੱਡ ਗਏ। ਤੇ ਜਦੋਂ ਉਹਨੂੰ ਦਿਖਾਏਗੀ ਥੋੜਾ ਇੰਪਰੂਵ ਹੋਇਆ ਤਾਂ ਉਹਨੂੰ ਫੋਟੋ ਦਿਖਾਏਗੀ, ਕਹਿੰਦਾ ਇਹ ਤਾਂ ਮੇਰਾ ਭਰਾ ਹੈਗਾ ਨਵਾਂ ਸ਼ਹਿਰ ਤੋਂ, ਜਿਹੜਾ ਮੈਨੂੰ ਛੱਡ ਗਿਆ ਹੈਗਾ। ਤੇ ਉਸ ਸੋ ਬੇਸਿਕਲੀ ਇਹੀ ਹੈ ਨਾ ਵੀ ਇਨਸਾਨੀਅਤ ਦਾ ਘਿਨਾਉਣਾ ਰੂਪ, ਉਹਦਾ ਟਾਕਰਾ ਤੁਸੀਂ ਕਰ ਰਹੇ ਹੋ ਇਨਸਾਨੀਅਤ ਦਾ ਹੱਥ ਵਧਾ ਕੇ, ਤਾਂ ਕਿ ਲੋਕਾਂ ਨੂੰ ਮਦਦ ਕੀਤੀ ਜਾ ਸਕੇ। ਆਪਣੇ ਕੋਲ ਜਿਹੜਾ ਥੋੜ੍ਹਾ ਸਮਾਂ ਬਚਿਆ ਜੀ, ਮੇਰਾ ਦਿਲ ਤੇ ਕਰਦਾ ਕਿ ਤੁਹਾਡੇ ਨਾਲ ਹੋਰ ਗੱਲਾਂ ਕਰੀ ਜਾਈਏ ਤਾਂ ਕਿ ਇਹ ਸੁਣ ਸਕੀਏ ਹੋਰ ਤੁਹਾਡਾ ਸੰਸਥਾ ਵੱਲੋਂ ਜੋ ਕੰਮ ਕੀਤਾ ਜਾ ਰਿਹਾ, ਪਰ ਉਸ ਕੰਮਕਾਜ ਵਾਸਤੇ ਆਫਕੋਰਸ ਉਹ ਸਾਰਾ ਸੰਗਤਾਂ ਦੀ ਡੋਨੇਸ਼ਨਸ ਦੇ ਰਾਹੀਂ ਇਹ ਕੰਮਕਾਜ ਅੱਗੇ ਵੱਧਦਾ। ਸੋ ਜਿਹੜੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ, ਉਹ ਪ੍ਰਭ ਆਸਰਾ ਫਾਊਂਡੇਸ਼ਨ ਦੇ ਵਿੱਚ ਤੁਹਾਡੇ ਉਪਰਾਲਿਆਂ ਨੂੰ ਕਿਵੇਂ ਹੋਰ ਸਮਰਥਨ ਦੇ ਸਕਦੇ ਨੇ, ਕਿਵੇਂ ਹੋਰ ਮਜ਼ਬੂਤ ਕਰ ਸਕਦੇ ਨੇ? ਹਾਂਜੀ, ਮੈਂ ਵੈਸੇ ਤਾਂ ਸੰਗਤ ਦਾ ਧੰਨਵਾਦੀ ਹਾਂ ਕਿ ਹਮੇਸ਼ਾ ਜਦੋਂ ਵੀ ਆਏ ਸੰਗਤ ਬਹੁਤ ਹੈਲਪ ਕਰਦੀ ਹੈ, ਸਪੋਰਟ ਕਰਦੀ ਹੈ। ਕੈਨੇਡਾ ਦੀ ਸੰਗਤ ਨੇ ਬਹੁਤ ਸਪੋਰਟ ਵੀ ਕੀਤਾ ਹੈਗਾ, ਤੇ ਬਿਕੋਜ਼ ਉੱਥੇ ਤਾਦਾਦ ਡੇਲੀ ਦੀ ਡੇਲੀ ਵੱਧਦੀ ਜਾ ਰਹੀ ਹੈ, ਇਨਹੈਬੀਟੈਂਟਸ ਰੈਗੂਲਰ ਆ ਰਹੇ ਹੈਗੇ ਆ। ਈਵਨ ਕਿ ਕੋਵਿਡ ਦੇ ਵਿੱਚ ਵੀ ਇਹ ਆਉਣ ਵਾਲੀ ਗਿਣਤੀ ਘਟੀ ਨਹੀਂ ਬਲਕਿ ਵਧੀ ਹੋਈ ਹੈ, ਬਿਕੋਜ਼ ਕਿਤੇ ਵੀ ਐਡਮਿਸ਼ਨਸ ਨਹੀਂ ਸੀ ਮਿਲ ਰਹੀਆਂ, ਸਾਡੇ ਕੋਲ ਭੇਜ ਰਹੇ ਸੀ। ਐਂਡ ਨਾਓ ਸਾਨੂੰ ਮੇਰਾ ਇੱਥੇ ਲੋਕਲ ਨੰਬਰ ਵੀ ਹੈਗਾ 604 365 1300 604-365-1300 ਤੇ ਕੰਟੈਕਟ ਕਰ ਸਕਦੇ ਹੋ ਆਪ ਡਾਇਰੈਕਟਲੀ ਮੈਨੂੰ, ਕੋਈ ਵੀ ਸਪੋਰਟ ਕਰਨਾ ਚਾਹੁੰਦੇ ਹੈਗੇ ਆ। ਬਾਕੀ 9 ਤਰੀਕ ਤੱਕ ਮੈਂ ਇੱਥੇ ਹੈਗੇ ਆ, ਆਪ ਜੀ ਮੈਨੂੰ ਮਿਲ ਵੀ ਸਕਦੇ ਹੈਗੇ ਆ। ਤੇ ਇਸ ਤੋਂ ਇਲਾਵਾ ਜਿਹੜਾ WhatsApp ਇੰਡੀਆ ਦਾ ਨੰਬਰ ਹੈਗਾ 91 ਦੇ ਨਾਲ ਹੈਗਾ 9915083793। ਜੇ ਕਾਲ ਕਰੋਗੇ ਇੰਡੀਆ ਲੱਗੇਗੀ, ਲੇਕਿਨ WhatsApp 'ਤੇ ਆਪ ਮੈਨੂੰ ਜਦੋਂ ਮਰਜ਼ੀ ਤੁਸੀਂ ਮੈਸੇਜ ਕਰ ਸਕਦੇ ਹੈਗੇ ਆ, ਜਾਂ ਮਿਲਣ ਲਈ ਆਪਾਂ ਗੱਲਬਾਤ ਕਰ ਸਕਦੇ ਹੈ 9915083793। ਇਸ ਤੋਂ ਇਲਾਵਾ ਸਾਡਾ ਟ੍ਰਾਂਸਫਰ ਦੀ ਵੀ ਪ੍ਰੋਵੀਜ਼ਨ ਹੈਗੀ ਹੈ ਇੱਥੇ। CIBC 'ਚ ਸਾਡਾ ਰਜਿਸਟਰਡ ਅਕਾਊਂਟ ਹੈਗਾ, ਪ੍ਰਭ ਆਸਰਾ ਇੱਥੇ ਰਜਿਸਟਰਡ ਹੈਗਾ। ਹਾਲਾਂਕਿ ਸੌਰੀ ਚੈਰਿਟੀ ਦਾ ਨੰਬਰ ਸਾਨੂੰ ਨਹੀਂ ਮਿਲ ਪਾਇਆ ਹਜੇ ਕਿਸੇ ਕਾਰਨ ਕਰਕੇ, ਤੇ ਵੀ ਆਰ ਵਰਕਿੰਗ ਔਨ ਦੈਟ। ਤੇ CIBC ਦਾ ਸਾਡਾ ਟ੍ਰਾਂਸਫਰ ਹੈਗੀ ਆ PRABH ਪ੍ਰਭ AASRA ਆਸਰਾ ਸੁਸਾਇਟੀ SOCIETY@gmail.com। ਟ੍ਰਾਂਸਫਰ 'ਤੇ ਆਪ ਆਪਣੇ ਘਰ ਬੈਠੇ ਵੀ ਸੰਸਥਾ ਲਈ ਸਹਿਯੋਗ ਜਾਂ ਸਪੋਰਟ ਭੇਜ ਸਕਦੇ ਹੋ। ਜੇ ਆਪ ਜੀ ਮੈਨੂੰ ਕੋਈ ਸੁਝਾਅ ਜਾਂ ਕੋਈ ਕੁਐਰੀ ਹੈਗੀ, ਆਪ ਡਾਇਰੈਕਟ ਕੰਟੈਕਟ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। ਤੇ ਹਮੇਸ਼ਾ ਬੇਨਤੀ ਹੈ ਅੱਗੇ ਵਾਂਗੂ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਚੇ ਦਾਨ। ਜਦੋਂ ਵੀ ਇੰਡੀਆ ਜਾਓ ਕਿਰਪਾ ਕਰਕੇ ਵਿਜ਼ਿਟ ਜ਼ਰੂਰ ਕਰੋ। ਆਪ ਜੀ ਦੀ ਵਿਜ਼ਿਟ ਦੇ ਨਾਲ ਆਪ ਜੀ ਨੂੰ ਫੀਲ ਹੋਏਗਾ ਕਿ ਆਪ ਜੀ ਦੀ ਸਪੋਰਟ ਕਿੱਥੇ ਲੱਗ ਰਹੀ ਹੈ ਤੇ ਕਿੱਦਾਂ ਯੂਜ਼ ਹੋ ਰਹੀ ਹੈ, ਤੇ ਤੁਹਾਡੇ ਸੁਝਾਅ ਤੇ ਕੁਐਰੀਜ਼ ਦੇ ਨਾਲ ਸਾਨੂੰ ਹੋਰ ਵੀ ਆਨੰਦ ਆਉਂਦਾ ਜੀ। ਬੀਬੀ ਰਜਿੰਦਰ ਕੌਰ ਜੀ, ਸਮਾਂ ਦੇਣ ਲਈ, ਇਹ ਸਾਰੀ ਗੱਲਬਾਤ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਵਿਜੇ ਜੀ। ਸਤਿ ਸ਼੍ਰੀ ਅਕਾਲ ਜੀ।